ਸੀਐਮ ਜਬ ਪ੍ਰੈਜ਼ੀਡੈਂਟ ਸਨ ਮਿਸਟਰ ਸਿੱਧੂ ਉਹਨਾਂ ਦਾ ਆਪਸ ਵਿੱਚ ਹੀ ਨਾ ਤਾਲਮੇਲ ਸੀ। ਮਿਸਟਰ ਜਾਖੜ ਦਾ ਉਹਨਾਂ ਦਾ ਤਾਲਮੇਲ ਨਹੀਂ, ਸੈਂਟਰ ਵਾਲਿਆਂ ਦਾ ਉਹਨਾਂ ਥੱਲੇ ਵਾਲੇ ਨਾਲ ਤਾਲਮੇਲ ਨਹੀਂ, ਥੱਲੇ ਵਾਲਿਆਂ ਦਾ ਉਹਨਾਂ ਦਾ ਤਾਲਮੇਲ ਨਹੀਂ, ਆਪਣੀ ਮਨਮਰਜ਼ੀ ਕਰਦੇ ਸੀ। ਕਿਉਂਕਿ ਜਿਹੜੀ ਕਾਂਗਰਸ ਪਹਿਲੀ ਗੱਲ ਕੀਤੀ, ਕਾਂਗਰਸ ਕਲਚਰ ਛੱਡ ਚੁੱਕੀ ਸੀ। ਅਕਾਲੀ ਦਲ ਦੀ ਜੋ ਹਾਲਤ ਹੋਈ ਉਹ ਵੀ ਤੁਹਾਨੂੰ ਪਤਾ ਹੈ। ਤੁਸੀਂ ਪਾਰਟੀ ਤਾਂ ਚਲੋ ਜੁਆਇਨ ਕਰ ਲਈ, ਪਰ ਉਸ ਦੇ ਬਾਵਜੂਦ ਵੀ ਸਾਡੀ ਜਿਹੜੀ ਆ ਉਹ ਅਸੀਂ ਜਿੱਤ ਨਹੀਂ ਸਕੇ ਫਗਵਾੜੇ ਹਲਕੇ ਤੋਂ। ਤੁਸੀਂ ਕੀ ਸਮਝਦੇ ਹੋ ਕਿ ਹਾਰ ਦਾ ਕਾਰਨ ਕੀ ਰਿਹਾ? ਇਹਦੇ ਵਿੱਚ ਇੰਨਾ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੁੰਦੀ ਕਿ ਵਾਰੀ, ਕਿਉਂਕਿ ਥੋੜ੍ਹੇ ਦਿਨਾਂ ਵਿੱਚ 15 ਜਨਵਰੀ ਨੂੰ ਪਾਰਟੀ ਜੁਆਇਨ ਕੀਤੀ, ਨਾਲ ਹੀ ਇਲੈਕਸ਼ਨ ਦੀ ਸ਼ੁਰੂ ਹੋ ਗਈ। ਦਬਾਬੇ ਵਾਲੇ ਹਮੇਸ਼ਾ ਜਿਹੜੇ ਆ ਨਾ, ਇਹ ਗੱਲ ਸੋਚ ਵਿਚਾਰ ਕੇ ਜਾਂ ਕੋਈ ਨਾ ਕੋਈ ਗੱਲ ਜਿਹੜੀ ਆਪਣੇ ਮਨ 'ਚ ਰੱਖਦੇ ਆ, ਦੈਟ ਇਜ਼ ਵਾਈ ਮੈਂ ਇਕੱਲਾ ਨਹੀਂ, ਮੇਰੇ ਜ਼ਿਲ੍ਹੇ ਦੇ ਸਾਰੇ ਹਾਰੇ ਆ। ਇਸ ਗੱਲ 'ਚ ਮੇਰਾ ਕਿਸਮਤ ਵਾਲਾ ਕਿ ਮੈਂ ਬਹੁਤ ਘੱਟ ਵੋਟਾਂ ਦੇ ਹਾਰਿਆ, ਬਾਕੀ ਸਾਰੇ ਜ਼ਿਆਦਾ ਵੋਟਾਂ ਦੇ ਹਾਰੇ ਨੇ। ਮੈਂ ਤਾਂ ਭੇਦਭਾਵ ਕੀਤਾ ਨਹੀਂ, ਮੈਂ ਉਹਦੀਆਂ ਗੱਲਾਂ ਜਿਹੜੀਆਂ ਤੁਸੀਂ ਵਿਧਾਇਕ ਦੀਆਂ ਕਰਦੇ ਹੋ, 80 ਪਰਚੇ ਮਾਧੋਪੁਰ ਹੋਏ ਆ। ਜਿਨ੍ਹਾਂ ਦੇ ਹੋਏ ਉਹਨਾਂ ਬੰਦਿਆਂ ਦਾ ਵੀ ਮੈਨੂੰ ਪਤਾ, ਜਿਹਨਾਂ ਨੇ ਕ੍ਰਾਈਮ ਉਹਨਾਂ ਨੇ ਵੀ ਕਰਾਇਆ। ਉਹ 'ਚ ਮੇਨ ਰੋਲ ਇਸੇ ਵਿਧਾਇਕ ਦਾ ਹੀ ਹੈਗਾ। ਡੋਂਟ ਥਿੰਕ ਜੋ ਕਿ ਕੋਈ ਬੀਐਸਪੀ ਨਾਲ ਸੰਬੰਧ ਰੱਖਦਾ, ਗੱਲ ਤਾਂ ਜੀ ਚੀਜ਼ ਐਸੀ ਸੁਲਕਾ ਸੀ ਹੈਗਾ। ਧਾਰੀਵਾਲ ਨੇ ਜੋ ਕੁਛ ਕੀਤਾ ਉਹ ਅੱਜ ਵੀ ਮੇਰੇ ਕੋਲ ਇੱਕ ਐਫੀਡੇਵਿਟ ਵੀ ਆਇਆ, ਸ਼ਾਇਦ ਉਹ ਵੀ ਪਰਚਾ ਹੋਊਗਾ, ਪਤਾ ਲੱਗ ਜਾਏਗਾ ਕੀ ਹੋਇਆ ਕੀ ਨਹੀਂ ਹੋਇਆ ਥੋੜ੍ਹੇ ਦਿਨਾਂ ਦੇ ਵਿੱਚ। ਮੈਂ ਮਹਿਸੂਸ ਕਰਦਾ ਕਿ ਧਾਰੀਵਾਲ ਨਾ ਕਾਂਗਰਸ ਕਲਚਰ ਦਾ ਪਤਾ, ਨਾ ਉਹਨੂੰ ਰਾਜਨੀਤੀ ਦਾ ਪਤਾ। ਜਿਸ ਤਰ੍ਹਾਂ ਉਹਨੇ ਕੀਤਾ, ਪੈਸੇ ਦੇ ਨਾਲ ਟਿਕਟਾਂ ਖਰੀਦਣੀਆਂ ਅਤੇ ਫਿਰ ਇਲੈਕਸ਼ਨ ਲੜਨਾ, ਬੋਲ ਤੇ ਪੈਸੇ ਬਣਨੇ। ਮੇਰੇ 'ਤੇ ਐਲੀਗੇਸ਼ਨ ਇੱਦਾਂ ਲੱਗਾ, ਹਾਂ ਧਾਰੀਵਾਲ 'ਤੇ ਇਹ ਹੈ ਕਿ ਤੁਹਾਡੇ ਬੰਦੇ ਨੂੰ ਪਾਲਣਾ, ਲੋਕਾਂ ਨੂੰ ਰਿਆਇਤ ਨਾਲ ਇਕੱਠਾ ਕਰਨਾ, ਕਿ ਈਵਨ ਕਚਹਿਰੀ ਕਾਰਪੋਰੇਸ਼ਨ ਜਿਹੜੇ ਕੰਮ ਉਹਨਾਂ ਦੀ ਛਾਣਬੀਣ ਕਰ ਰਹੇ ਆ, ਉਹ ਪਤਾ ਲੱਗ ਜਾਏਗਾ ਸਾਰਿਆਂ ਨੂੰ। ਮੈਂ ਕਿਹੜਾ ਘਰ ਬੈਠਾ, ਮੈਂ ਰਾਜਨੀਤੀ ਕਰਦਾ, ਮੈਂ ਦੱਸ ਦਿਆਂਗਾ, ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਸਮੇਂ ਦੇ ਨਾਲ। 35,000 ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਪਰ ਲੋਕਾਂ ਦੇ ਮਨ 'ਚ ਜਿਹੜਾ ਸਵਾਲ ਉਹ ਹੈ ਕਿ ਖਜ਼ਾਨੇ ਦੇ ਵਿੱਚ ਇੰਨੇ ਪੈਸੇ ਹੈਗੇ ਨੇ ਵੀ ਇਸ ਤਰੀਕੇ ਦੀਆਂ ਨੌਕਰੀਆਂ ਜਿਹੜੀਆਂ ਅਨਾਉਂਸ ਕਰ ਰਹੇ ਆ। ਜੇ ਭਗਵੰਤ ਸਿੰਘ ਮਾਨ ਨੌਕਰੀਆਂ ਅਨਾਉਂਸ ਕਰਦਾ ਤਾਂ ਖਜ਼ਾਨੇ ਦੀ ਚੋਰੀ ਵੀ ਬੰਦ ਕਰ ਸਕਦਾ। ਛਾਪੇਮਾਰੀ ਕਰਨਾ ਕਿੱਥੇ ਤੱਕ ਤੁਸੀਂ ਜਾਇਜ਼ ਸਮਝ ਰਹੇ? ਮੈਂ ਜਿੱਥੇ ਚੈਕਿੰਗ ਦਾ ਕਰਨਾ, ਮੈਂ ਆਪਣੇ ਡਿਪਾਰਟਮੈਂਟ ਚੈਕਿੰਗ ਕੀਤੀ ਹੈ। ਪਨੌਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਨਮੋਲ ਬਾਵਾ। ਦੋਸਤੋ, ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸ ਕਾਇਮ ਕੀਤਾ ਹੈ, ਬੜੀ ਹੀ ਭਾਰੀ ਬਹੁਮਤ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਔਰ ਅੱਜ ਸਾਡੇ ਵਿੱਚ ਫਗਵਾੜਾ ਹਲਕੇ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਜੀ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਾਨ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪੰਜਾਬ ਆਸਟ੍ਰੇਲੀਆ ਟੀਵੀ ਦੇ ਦਰਸ਼ਕਾਂ ਦਾ ਧੰਨਵਾਦੀ ਹਾਂ, ਮਿਸਟਰ ਬਾਵਾ ਆਪ ਦਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਗੱਲ ਕਰਨ ਦਾ ਮੌਕਾ ਦਿੱਤਾ। ਜਮਸਨ ਕਿ ਮੇਰੇ ਲਈ ਬਹੁਤ ਅੱਛੀ ਗੱਲ ਹੈ ਕਿ ਮੈਂ ਜੋ ਕਹਿਣਾ ਚਾਹੁੰਦਾ ਸੀ ਜਾਂ ਜੋ ਸ਼ਬਦ ਕਹਾਂਗਾ, ਆਪ ਦੇ ਸਾਹਮਣੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਨੂੰ ਜਸਟੀਫਾਈ ਕਰ ਸਕਾਂ। ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਨਾ 50 ਸਾਲ, ਇੱਕ ਬਹੁਤ ਵੱਡਾ ਅਰਸਾ ਹੁੰਦਾ, 50 ਸਾਲ ਕਾਂਗਰਸ ਦੀ ਸੇਵਾ ਕੀਤੀ, ਤਾਂ ਤੁਹਾਡਾ ਕੀ ਐਸਾ ਮਨ ਬਣਿਆ ਕਿ ਤੁਸੀਂ ਅਚਾਨਕ ਕਾਂਗਰਸ, ਜੋ ਕਿ ਇੱਕ ਬਹੁਤ ਵੱਡਾ ਨਾਮ ਸੀਗਾ ਕਿ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ, ਅਚਾਨਕ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ? ਰਵਾਇਤੀ ਪਾਰਟੀਆਂ ਦੀ ਵਰਕਿੰਗ ਤੋਂ ਮੈਂ ਕਾਫੀ ਪਰੇਸ਼ਾਨ ਸੀ, ਚਾਹੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ, ਦੋ ਹੀ ਸਨ ਪਾਰਟੀਆਂ। ਭਾਜਪਾ ਤਾਂ ਖਾਸ ਕਰਕੇ ਖੇਤੀ ਕਾਨੂੰਨ ਦੇ ਵਿੱਚ ਉਹਨਾਂ ਦਾ ਕਾਫੀ ਨੁਕਸਾਨ ਹੈ, ਜੋ ਰਿਜ਼ਲਟ ਤੁਹਾਡੇ ਸਾਹਮਣੇ ਹੈ। ਤਾਂ ਮੈਂ ਐਕਚੁਅਲੀ ਜੋ ਕਾਂਗਰਸ ਦੇ ਦੋਨੋਂ ਸੀਐਮ ਜਬ ਪ੍ਰੈਜ਼ੀਡੈਂਟ ਸਨ ਮਿਸਟਰ ਸਿੱਧੂ, ਉਹਨਾਂ ਦਾ ਆਪਸ ਵਿੱਚ ਹੀ ਨਾ ਤਾਲਮੇਲ ਸੀ। ਮਿਸਟਰ ਜਾਖੜ ਦਾ ਉਹਨਾਂ ਦਾ ਤਾਲਮੇਲ ਨਹੀਂ, ਸੈਂਟਰ ਵਾਲਿਆਂ ਦਾ ਉਹਨਾਂ ਥੱਲੇ ਵਾਲੇ ਨਾਲ ਤਾਲਮੇਲ ਨਹੀਂ, ਥੱਲੇ ਵਾਲਿਆਂ ਦਾ ਉਹਨਾਂ ਦਾ ਤਾਲਮੇਲ ਨਹੀਂ, ਆਪਣੀ ਮਨਮਰਜ਼ੀ ਕਰਦੇ ਸੀ। ਜਿਸ ਤਰ੍ਹਾਂ ਦੀ ਛਵੀ ਕਾਂਗਰਸ ਦੀ ਬਣੀ ਹੈ, ਇਸ ਤਰ੍ਹਾਂ ਪਹਿਲੇ ਕਦੀ ਨਹੀਂ ਸੀ ਬਣੀ। ਮੈਨੂੰ ਮਹਿਸੂਸ ਹੁੰਦਾ ਸੀ ਕਿ ਕਾਂਗਰਸ ਆਪਣੇ ਐਕਚੁਅਲੀ ਕਲਚਰ ਨੂੰ ਭੁੱਲ ਕੇ ਉਹਨਾਂ ਦੇ ਵਿੱਚ ਆਪਣਿਆਂ ਨੂੰ ਪਾਲਣ ਦੀ ਰਵਾਇਤ, ਜਾਂ ਜਿਸ ਤਰ੍ਹਾਂ ਚੰਨੀ ਦੇ ਬ੍ਰਦਰ ਨੇ ਇਲੈਕਸ਼ਨ ਲੜਿਆ, ਜਦ ਸਿੱਧੂ ਸਾਹਿਬ ਨੇ ਸੈਂਟਰ ਦੀ ਮਨਜ਼ੂਰੀ ਤੋਂ ਬਗੈਰ ਆਪਣੇ ਆਪ ਜਾ ਕੇ ਕੁਛ ਮੀਟਿੰਗਸ ਕੀਤੀਆਂ, ਨਹੀਂ ਤਾਂ ਕੈਂਡੀਡੇਟ ਅਨਾਉਂਸ ਕਰਤੇ, ਕੁਛ ਚੰਨੀ ਨੇ ਕੈਂਡੀਡੇਟ ਅਨਾਉਂਸ ਕਰਤੇ, ਉਹ ਸਾਰੇ ਦੀ ਜੋ ਕਾਂਗਰਸ ਦੀ ਗੱਲਬਾਤ ਸੀ, ਮੈਂ ਕਾਫੀ ਲੰਬੇ ਸਮੇਂ ਤੋਂ ਘੁੱਟ ਮਹਿਸੂਸ ਕਰਦਾ ਸੀ। ਤਾਂ ਮੈਂ ਜਦੋਂ ਸਾਰਾ ਸੋਚ ਸਾਚ ਕੇ ਜੋ ਤੀਜਾ ਬਦਲ ਦੀ ਗੱਲ ਹੈ, ਮੈਨੂੰ ਮਹਿਸੂਸ ਸੀ ਵੀ ਐਤਕੀ ਦੋਨੋਂ ਰਾਤੀ ਪਾਰਟੀਆਂ ਨੂੰ ਲੋਕ ਵੋਟ ਨਹੀਂ ਕਰਨਾ ਚਾਹੁੰਦੇ, ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਜਿਸ ਤਰ੍ਹਾਂ ਦੀ ਹਵਾ ਸੀ ਬਣੀ ਹੋਈ ਮਾਲਵੇ ਦੇ ਵਿੱਚ, ਉਹ ਤੋਂ ਮੈਂ ਕਾਫੀ ਪ੍ਰਭਾਵਿਤ ਸੀ। ਇਸ ਕਰਕੇ ਮੈਂ, ਕਿਉਂਕਿ ਜਿਹੜੀ ਕਾਂਗਰਸ ਪਹਿਲੀ ਗੱਲ ਕੀਤੀ, ਕਾਂਗਰਸ ਕਲਚਰ ਛੱਡ ਚੁੱਕੀ ਸੀ। ਅਕਾਲੀ ਦਲ ਦੀ ਜੋ ਹਾਲਤ ਹੋਈ ਉਹ ਵੀ ਤੁਹਾਨੂੰ ਪਤਾ ਹੈ। ਖਾਸ ਕਰਕੇ ਬਰਗਾੜੀ ਕਾਂਡ ਦਾ ਅਸਰ ਮੇਰੇ ਮਨ 'ਤੇ ਬਹੁਤ ਸੀ।
ਸਕਾਲਰਸ਼ਿਪ ਵਾਲੇ ਕੇਸ ਦਾ ਬੜਾ ਅਸਰ ਸੀ ਕਿ 16-17 ਲੱਖ ਸਟੂਡੈਂਟ ਨੂੰ। ਮੈਂ ਨਾ ਸਕਾਲਰਸ਼ਿਪ ਵਾਲੇ ਸਵਾਲ ਤੇ ਆਉਣਾ ਆ, ਪਰ ਮੈਂ ਉਸ ਤੋਂ ਪਹਿਲਾਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਪਾਰਟੀ ਤਾਂ ਚਲੋ ਜੁਆਇਨ ਕਰ ਲਈ, ਪਰ ਉਸ ਦੇ ਬਾਵਜੂਦ ਵੀ ਸਾਡੀ ਜਿਹੜੀ ਆ ਉਹ ਅਸੀਂ ਜਿੱਤ ਨਹੀਂ ਸਕੇ ਫਗਵਾੜੇ ਹਲਕੇ ਤੋਂ। ਤੁਸੀਂ ਕੀ ਸਮਝਦੇ ਹੋ ਕਿ ਹਾਰ ਦਾ ਕਾਰਨ ਕੀ ਰਿਹਾ? ਕੋਈ ਇਨਸਾਨ ਹਰ ਅੰਦਰ ਜਿਹੜਾ ਆਦਮੀ ਹੈ ਜਿੱਤਣ ਨੂੰ ਇਲੈਕਸ਼ਨ ਨਹੀਂ ਲੜਦਾ। ਮੈਂ ਬੜੇ ਲੰਮੇ ਸਮੇਂ ਤੋਂ ਸਨ 80 ਤੋਂ 85 ਤੋਂ ਲੈ ਕੇ ਜਿੱਤਾਂ ਵੀ ਦੇਖੀਆਂ, ਹਾਰਾਂ ਵੀ ਦੇਖੀਆਂ। ਇਹਦੇ ਵਿੱਚ ਇੰਨਾ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੁੰਦੀ ਕਈ ਵਾਰੀ, ਕਿਉਂਕਿ ਥੋੜ੍ਹੇ ਦਿਨਾਂ ਵਿੱਚ 15 ਜਨਵਰੀ ਨੂੰ ਪਾਰਟੀ ਜੁਆਇਨ ਕੀਤੀ, ਨਾਲ ਹੀ ਇਲੈਕਸ਼ਨ ਦੀ ਸ਼ੁਰੂ ਹੋ ਗਈ। ਤਾਂ ਮੈਂ ਨਹੀਂ ਮਹਿਸੂਸ ਕਰਦਾ ਤੁਸੀਂ ਕੋਈ ਕਮੀ ਰਹਿ ਗਈ? ਨਹੀਂ, ਕੋਈ ਕਮੀ ਨਹੀਂ, ਕਮੀ ਪਬਲਿਕ ਕਮੀ ਕੋਈ ਕਮੀ ਨਹੀਂ। ਕਈ ਵਾਰੀ ਦੇਖੋ ਜਿਹੜੀ ਸਿਚੁਏਸ਼ਨ ਦੁਆਬੇ 'ਚ ਹੈਗੀ ਹੈ ਨਾ, ਉਹ ਐਜ਼ ਕੰਪੇਅਰ ਟੂ ਮਾਝਾ ਐਂਡ ਮਾਲਵੇ ਦੇ ਨਾਲੋਂ ਥੋੜ੍ਹੀ ਇਹ ਰੀਜ਼ਨੇਬਲ ਥੋੜ੍ਹੀ ਗੱਲ ਸੋਚਦੇ ਹਾਂ। ਇਮੋਸ਼ਨਲ ਹੋ ਕੇ ਦੁਆਬੇ ਵਾਲੇ ਘੱਟ ਚੱਲਦੇ ਹੈ। ਤੁਸੀਂ ਜਿੰਨੀਆਂ ਐਜੀਟੇਸ਼ਨਸ ਹੋਈਆਂ ਨੇ, ਦੁਆਬੇ ਵਾਲੇ ਹਮੇਸ਼ਾ ਜਿਹੜੇ ਆ ਨਾ ਇਹ ਗੱਲ ਸੋਚ ਵਿਚਾਰ ਕੇ ਜਾਂ ਕੋਈ ਨਾ ਕੋਈ ਗੱਲ ਜਿਹੜੀ ਆਪਣੇ ਮਨ 'ਚ ਰੱਖਦੇ ਹੈ। ਦੈਟ ਇਜ਼ ਵਾਈ ਮੈਂ ਇਕੱਲਾ ਨਹੀਂ, ਮੇਰੇ ਜ਼ਿਲ੍ਹੇ ਦੇ ਸਾਰੇ ਹਾਰੇ ਆ। ਸ਼ਾਇਦ ਮੈਂ ਇੱਕ ਇਸ ਗੱਲ 'ਚ ਮੇਰਾ ਕਿਸਮਤ ਵਾਲਾ ਕਿ ਮੈਂ ਬਹੁਤ ਘੱਟ ਵੋਟਾਂ 'ਤੇ ਹਾਰਿਆ, ਬਾਕੀ ਸਾਰੇ ਜ਼ਿਆਦਾ ਵੋਟਾਂ 'ਤੇ ਹਾਰੇ ਨੇ। ਜਿਹੜੇ 2 ਵਾਰੀ ਜਾਂ ਇਸ ਤੋਂ ਵੱਧ ਵੀ ਇਲੈਕਸ਼ਨ ਲੜ ਚੁੱਕੇ ਨੇ ਆਮ ਆਦਮੀ ਪਾਰਟੀ ਵੱਲੋਂ, ਉਹਨਾਂ ਦੇ ਜੋ ਹਾਲ ਹੋਏ ਤੁਸੀਂ ਸੁਲਤਾਨਪੁਰ ਦਾ ਹਾਲ ਦੇਖ ਲਓ, ਉਹ ਤਾਂ ਨਵੇਂ ਸਨ ਪਲੱਥਾਂ ਵਾਲੇ। ਤੋ ਮੈਂ ਮੁਕਾਬਲਾ ਕਰਨਾ ਦੂਸਰਾ ਸੀ। ਦੇਖੋ ਮਿਸਟਰ ਸਾਂਪਲਾ ਐਂਡ ਮਿਸਟਰ ਗੜੀ 5-6 ਮਹੀਨੇ ਤੋਂ ਸ਼ਹਿਰੀ ਸੀ, ਸਾਰਾ ਸ਼ਹਿਰ ਨੀਲਾ ਨੀਲਾ ਕਰ ਦਿੱਤਾ। ਪਰ ਗੜੀ ਜੋ ਪੋਜੀਸ਼ਨ ਆਈ ਉਹ ਤੁਸੀਂ ਸਾਰੀ ਦੇਖੀ, ਇਲੈਕਸ਼ਨ ਰਿਜ਼ਲਟ ਆ ਗਏ ਨੇ। ਆਪਾਂ ਆਪਣੇ ਦੁਬਾਰਾ ਉਸ ਸਵਾਲ ਤੇ ਵਾਪਸ ਆਨੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਜਿਹੜੀ ਆ ਤੁਹਾਡੀ ਰਹਿ ਗਈ, ਉਹਨਾਂ ਡੈਮੇਜ ਬੜੇ ਹੋਈ ਆ ਜਿਹੜੇ ਕਾਂਗਰਸ ਜਾਂ ਅਕਾਲੀਆਂ ਦੇ ਵੀ ਅਸੀਂ ਜਿਹੜੇ ਹੈਗੇ ਨੇ ਦਲਿਤ ਲੋਕ ਹੈਗੇ ਉਹਨਾਂ ਦੇ ਨਾਲ ਹੈ, ਅਸੀਂ ਉਹਨਾਂ ਦੇ ਇੰਟਰਸਟ ਵਾਚ ਕਰਦੇ ਹਾਂ। ਇੱਥੇ ਕਿਤੇ ਨਾ ਕਿਤੇ ਗੱਲ ਮੈਨੂੰ ਬਾਬਾ ਸਾਹਿਬ ਦੀ ਵੀ ਆਉਂਦੀ ਹੈ। ਪਿਛਲੇ ਮੈਂ ਜੋ ਮੇਰੀ ਹਿਸਟਰੀ ਦੀ ਸਟੱਡੀ ਹੈਗੀ ਆ, ਚਾਹੇ ਉਹ ਸੰਨ 47 ਦੀ ਵੰਡ ਉਹਦੇ ਜੋ ਦਲਿਤਾਂ ਦਾ ਖਾਸ ਕਰਕੇ ਹਾਲ ਹੋਇਆ, ਜਾਂ ਗੁਰਦੁਆਰਾ ਮੂਵਮੈਂਟ ਦੀ ਗੱਲ ਹੋਵੇ ਜਾਂ ਅਕਾਲੀ ਦਲ ਦੀ ਗੱਲ ਹੋਵੇ, ਇਹਨਾਂ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਡਿਸਲਾਈਕਿੰਗ ਇਹਨਾਂ ਦੀ ਹੈਗੀ ਹੈ। ਤੋ ਮੈਂ ਇਹ ਸਮਝਦਾ ਕਿ ਦੂਸਰਿਆਂ ਨੂੰ ਨੀਵੇਂ ਦਿਖਾਉਣਾ ਹਰ ਪੋਲੀਟੀਕਲ ਪਾਰਟੀ ਕਰਦੀ ਹੈ, ਲੇਕਿਨ ਖਾਸ ਕਰਕੇ ਪਾਰਟੀਕੂਲਰਲੀ ਜੋ ਬਾਬਾ ਸਾਹਿਬ ਦੀ ਫਿਲਾਸਫੀ ਦੀ ਅਸੀਂ ਗੱਲ ਕਰਦੇ ਹਾਂ ਉਹਦੇ ਉੱਤੇ ਪਹਿਰਾ ਦੇਣਾ ਜਾਂ ਉਸ ਨੂੰ ਪੂਰਾ ਕੰਪਲੀਟ ਕਰਨਾ ਉਹ ਬੜਾ ਔਖਾ ਸਮਾਂ ਹੈ। ਉਹਦੀ ਓਕੇ ਹੈ, ਜਿਹਦੀ ਐਗਜ਼ਾਮਪਲ ਇੱਕ ਸਾਡੇ ਸਾਹਮਣੇ ਸਕਾਲਰਸ਼ਿਪ ਦਾ ਇਸ਼ੂ ਹੈਗਾ। ਵਿਧਾਨ ਸਭਾ 'ਚ ਹੋ ਗਈ, ਸੀਐਮ ਨੇ ਕਲੀਨ ਚਿੱਟ ਦੇ ਦਿੱਤੀ, ਉਹਨਾਂ 'ਚੋਂ ਇੱਕ ਹਰ ਗਿਆ, ਇੱਕ ਰਹਿ ਗਿਆ। ਸੋ ਮੈਂ ਇਹ ਸਮਝਦਾ ਕਿ ਇਸ ਇਸ਼ੂ ਦੇ ਨਾਲ ਸਾਡੇ ਲੋਕ ਜਿਹੜੇ ਗਰੀਬ ਤਲਬਾ ਉਹ ਕਾਫੀ ਪਿੱਛੇ ਪਿਆ, ਨੁਕਸਾਨ ਹੋਇਆ। ਖਾਸ ਕਰਕੇ ਕਾਸਟ ਦਾ ਕਾਫੀ ਨੁਕਸਾਨ ਹੋਇਆ। ਐਜੂਕੇਸ਼ਨ ਤੋਂ ਕਿਸੇ ਨਾ ਕਿਸੇ ਕਾਰਨ ਖਾਸ ਕਰਕੇ ਜਿਹੜੀ ਗੌਰਮੈਂਟ ਫਾਈਨਾਂਸ ਕਰਦੀ ਸੀ ਪੰਜਾਬ ਐਂਡ ਸੈਂਟਰਲ ਗੌਰਮੈਂਟ, ਉਹਦੇ ਵਿੱਚ ਕਿਸੇ ਨਾ ਕਿਸੇ ਤੱਕ ਦੀ ਹੇਰਾਫੇਰੀ ਜਿਹੜੀ ਆ ਉਹ ਡਾਇਰੈਕਟ ਬੱਚਿਆਂ ਦੇ ਸ਼ਡਿਊਲ ਕਾਸਟ ਬੱਚਿਆਂ 'ਤੇ ਅਟਰੈਕਟ ਹੋਣ ਲੱਗਾ। ਮੈਂ ਉਹਨੂੰ ਡਿਸਲਾਈਕ ਕਰਦਾ, ਮੈਂ ਨਹੀਂ ਕਰਦਾ। ਹਾਂਜੀ, ਇਹ ਵੀ ਸੁਣਨ 'ਚ ਆਇਆ ਕਿ ਤੁਸੀਂ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਮੰਗ ਪੱਤਰ ਜਿਹੜਾ ਉਹ ਮਾਨ ਸਾਹਿਬ ਨੂੰ ਦੇ ਕੇ ਅੱਜ ਸੀਐਮ ਸਾਹਿਬ ਨੂੰ ਮੈਂ ਮਿਲਿਆ ਸੀ, ਉਹਨਾਂ ਨੂੰ ਰਿਕੁਐਸਟ ਕੀਤੀ। ਇੱਕ ਉਹ ਕੀਤਾ ਸੀ ਕਿ ਬਾਬਾ ਸਾਹਿਬ ਦਾ ਜਨਮਦਿਨ 14 ਅਪ੍ਰੈਲ ਨੂੰ ਆ ਰਿਹਾ, ਉਹਦੇ ਲਈ ਮੈਂ ਕਿਹਾ ਵੀ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਉਹ ਫਗਵਾੜੇ ਕੀਤਾ ਜਾਵੇ। ਅਤੇ ਉਹਨਾਂ ਨੇ ਮੇਰੀ ਗੱਲ ਸੁਣ ਕੇ ਉਹਨੇ ਆਪਣੇ ਪ੍ਰਿੰਸੀਪਲ ਸੈਕਟਰੀ ਨੂੰ ਦੇ ਦਿੱਤੇ ਹੈ। ਮੇਰੇ ਖਿਆਲ ਜੋ ਕਰਨਗੇ ਤਾਂ ਅਸੀਂ ਇੱਥੇ ਫਗਵਾੜੇ ਮਨਾਵਾਂਗੇ ਬਾਬਾ ਸਾਹਿਬ ਦਾ, ਕਿਉਂਕਿ ਜੇ ਅੱਜ ਬਾਬਾ ਸਾਹਿਬ ਜੀ ਔਰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਉੱਤੇ ਸਰਕਾਰ ਚੱਲਣਾ ਚਾਹੁੰਦੀ ਹੈ, ਅੱਛੀ ਗੱਲ ਹੈ। ਸਰ ਭਗਵੰਤ ਸਿੰਘ ਮਾਨ ਨੇ ਉਹ ਸਰਮਨ ਉੱਤੇ ਖਟਖੜ ਕਲਾਂ ਕੀਤੀ, ਅੱਜ ਉਹਨਾਂ ਦੇ ਪਰਿਵਾਰ ਨਾਲ ਉਹਦੇ ਪਰਿਵਾਰ ਦਾ ਸਤਿਕਾਰ ਕੀਤਾ, ਉਹਨਾਂ ਦੇ ਘਰ ਵੀ ਗਏ। ਤੋ ਮੈਂ ਸਮਝਦਾ ਕਿ ਕੰਸਟੀਟਿਊਸ਼ਨ ਨੂੰ ਬਿਲਡ ਕਰਨ ਵਾਲਾ, ਜੇ ਕੰਸਟੀਟਿਊਸ਼ਨ ਨੂੰ ਫਾਰਮ ਕਰਨ ਵਾਲੇ ਬਾਬਾ ਸਾਹਿਬ, ਅੱਜ ਅਸੀਂ ਉਹਨਾਂ ਦੇ ਬਣਾਏ ਹੋਏ ਜਿਹੜੇ ਸਿਧਾਂਤ ਨੇ ਕੰਸਟੀਟਿਊਸ਼ਨ ਦੇ ਮੁਤਾਬਕ, ਉਹਦੇ 'ਤੇ ਹਿੰਦੁਸਤਾਨ ਦੀਆਂ ਸਰਕਾਰਾਂ ਜਿਹੜੀਆਂ ਪੇਸ਼ ਕਰਦੀਆਂ, ਚਾਹੇ ਰਾਮ ਰਾਜ ਦੀ ਗੱਲ ਕਰੇ ਜਾਂ ਕੋਈ ਸਮਾਜਵਾਦ ਦੀ ਗੱਲ ਕਰੇ, ਬਾਬਾ ਸਾਹਿਬ ਦੇ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਔਰ ਜੋ ਬਾਬਾ ਸਾਹਿਬ ਦੀ ਸੋਚ ਹੈ, ਜਾਂ ਉਸ ਵੇਲੇ ਉਸ ਸਦੀ ਦੇ ਵਿੱਚ, ਉਸ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਪੋਲੀਟਿਕਸ ਪੈਰ ਰੱਖਿਆ, ਜੋ ਕੁਛ ਉਹਨਾਂ ਨਾਲ ਵਾਪਰਿਆ, ਜੋ ਉਹਦੇ ਪਰਿਵਾਰ ਨਾਲ ਵਾਪਰਿਆ, ਇਹ ਗੱਲਾਂ ਬੜੀਆਂ ਸੋਚ ਸਮਝ ਕੇ ਕਰਨ ਵਾਲੀਆਂ ਨੇ। ਉਹਨਾਂ ਦੇ ਸਿਧਾਂਤਾਂ 'ਤੇ ਚੱਲ ਕੇ ਅਤੇ ਦੂਜਿਆਂ ਨੂੰ ਸਿੱਖ ਸਿਧਾਂਤ ਦੇ ਉੱਤੇ ਸਭ ਮਾਨਸਿਕ ਜਾ ਸਭ ਇੱਕ ਹੀ ਪਛਾਣ ਮੂਹ ਦੇ ਸਿਧਾਂਤ 'ਤੇ ਲੈ ਕੇ ਆਉਣਾ, ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਸੀ। ਉਸ ਵਿਚਾਰਧਾਰਾ ਤੋਂ ਅਸੀਂ ਪਿੱਛੇ ਹਟਦੇ ਜਾਂਦੇ ਹਾਂ। ਔਰ ਸ਼ਾਇਦ ਇਸੇ ਕਰਕੇ ਕਿ ਬਹੁਤ ਸਾਰੇ ਮਾਲਵੇ ਜਿਹੜੇ ਸਾਡੇ ਲੋਕ ਸਨ, ਐਸੇ ਲੋਕ, ਉਹਨਾਂ ਨੇ ਦੂਸਰੀਆਂ ਪਾਰਟੀਵਾਦੀ ਪਾਰਟੀਆਂ ਨੂੰ ਉਹਨਾਂ ਨੇ ਵੋਟ ਪਾਉਣ 'ਚ ਮਨਾ ਕੀਤਾ, ਨਹੀਂ ਪਾਈ, ਔਰ ਆਮ ਆਦਮੀ ਪਾਰਟੀ ਤੋਂ ਚੁਆਇਸ ਕੀਤੀ। ਮਾਨ ਸਾਹਿਬ, ਭਗਤ ਸਿੰਘ ਦੀ ਵੀ ਇੱਕ ਬਹੁਤ ਵਧੀਆ ਸੋਚ ਸੀ ਕਿ ਉਹ ਸਿਰਫ ਆਜ਼ਾਦੀ ਨਹੀਂ ਸੀ ਚਾਹੁੰਦਾ, ਉਹ ਚਾਹੁੰਦਾ ਸੀ ਕਿ ਜਦੋਂ ਦੇਸ਼ ਆਜ਼ਾਦ ਹੋਵੇ ਤਾਂ ਇੱਥੇ ਭੇਦਭਾਵ ਜਾਤੀ ਧਰਮ ਦੇ ਨਾਮ ਦੇ ਉੱਤੇ ਲੋਕ ਵੰਡੇ ਨਾ ਜਾਣ। ਉਹਨਾਂ ਦੇ ਇੱਕ ਬਹੁਤ ਵੱਡਾ ਇਨਕਲਾਬ ਜਿੰਦਾਬਾਦ ਦਾ ਉਹਨਾਂ ਦਾ ਨਾਰਾ ਲਾਇਆ ਸੀ। ਮੈਂ ਕਿਸੇ ਬੁੱਕ ਦੇਖ ਰਿਹਾ ਸੀ, ਬੰਦੇ ਮਾਤਰਮ ਭਗਤ ਸਿੰਘ ਉਹਨਾਂ ਨੇ ਹਟਾ ਕੇ ਮਾਂ ਤੈਨੂੰ ਸਲਾਮ,
ਤਾਂ ਉਹਨਾਂ ਨੇ ਜਿਹੜਾ ਇਹ ਨਾਰਾ ਲਾਇਆ ਸੀਗਾ ਇਨਕਲਾਬ ਜਿੰਦਾਬਾਦ ਦਾ, ਇਹ ਬਖਸ਼ ਉਹਨਾਂ ਦੀ ਦੇਣ ਸੀ, ਸਭ ਤੋਂ ਵੱਡੀ ਚੇਂਜ ਸੀ। ਸਰ ਭਗਤ ਸਿੰਘ ਇਕੱਲਾ ਨਹੀਂ ਸੀ, ਨਾ ਅਸੀਂ ਉਹਨੂੰ ਭਗਤ ਸਿੰਘ ਕਹਿ ਸਕਦੇ ਹਾਂ। ਸਰ ਭਗਤ ਸਿੰਘ ਇੱਕ ਬਹੁਤ ਵੱਡਾ ਜਥੇਬੰਦੀ ਸੀ। ਉਹਨਾਂ ਨੇ ਅਸੈਂਬਲੀ ਬੰਬ ਸੁੱਟਿਆ, ਦਿੱਲੀ ਸਭ ਕੁਝ ਕੀਤਾ। ਉਹਨਾਂ ਨੇ ਇੱਕ ਅੰਗਰੇਜ਼ਾਂ ਨੂੰ ਦੱਸਣਾ ਚਾਹੁੰਦੇ ਸੀ ਵੀ ਹਿੰਦੁਸਤਾਨ ਨਹੀਂ ਜਾਗਦੇ, ਕਿਉਂਕਿ ਜਿਹੜੇ ਦੂਸਰੇ ਕੰਟਰੀ ਜਿਹਨਾਂ 'ਤੇ ਪੰਜਾਬੀ ਲੋਕ ਜਾਂਦੇ ਸਨ, ਚਾਹੇ ਅਮਰੀਕਾ ਜਾਣ, ਕੈਨੇਡਾ ਜਾਣ, ਇੰਗਲੈਂਡ ਜਾਂ ਆਜ਼ਾਦ ਕੰਟਰੀ ਵਿੱਚ ਰਹਿ ਕੇ, ਉਸ ਸੁਵਿਧਾ ਦੇ ਵਿੱਚ ਰਹਿ ਕੇ ਇੱਥੇ ਉਹ ਲੋਕ ਸਾਡੇ 'ਤੇ ਰਾਜ ਕਰਦੇ ਨੇ, ਔਰ ਉੱਥੇ ਉਹ ਸਾਨੂੰ ਦੂਸਰੇ ਕੰਟਰੀ ਸਾਨੂੰ ਘਿਰਨਾ ਕਰਦੇ ਨੇ, ਸਾਨੂੰ ਹਿੱਟ ਕਰਦੇ ਨੇ। ਇਹ ਗੱਲਾਂ ਜਾਂ ਜੋ ਤਸ਼ੱਦਦ ਕਿਸਾਨਾਂ ਉੱਤੇ ਜਾਂ ਮਜ਼ਦੂਰਾਂ ਉੱਤੇ ਹੁੰਦਾ ਸੀਗਾ, ਮੈਂ ਬਾਬਰ ਮੂਵਮੈਂਟ ਵੀ, ਗਦਰ ਮੂਵਮੈਂਟ ਵੀ ਦੇਖੀ ਹੈ। ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਹਿੰਦੁਸਤਾਨ ਦੇ ਕਿਸਾਨ ਨੂੰ, ਜੋ ਖੇਤੀ ਪ੍ਰਧਾਨ ਸੂਬਾ ਸੀ, ਉਸ ਨੂੰ ਥੱਲੇ ਲਾਉਣ ਦੀ ਜਾਂ ਉਹਦੇ 'ਤੇ ਟੈਕਸ ਲਾਉਣਾ ਜਾਂ ਜ਼ਮੀਨ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ, ਜਿਸ ਤਰ੍ਹਾਂ 3 ਗੁੰਠ ਖੇਤੀ ਕਾਨੂੰਨ ਆਏ ਉਹਨਾਂ 'ਤੇ ਕਬਜ਼ਾ ਕਰਨਾ, ਆਪਣੀ ਸੂਰਮੇਸੀ ਅੰਗਰੇਜ਼ੀ ਸਰਕਾਰੀ ਦਿਖਾਉਣੀ। ਇਹਨਾਂ ਕਰਕੇ ਇਹ ਬਹੁਤ ਸਾਰੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੇ ਖਾਸ ਕਰਕੇ ਹਿੰਦੁਸਤਾਨ ਦੀ ਦੌੜ ਤੋਂ ਲੁੱਟ ਕੇ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਸੀ। ਜਿਹੜਾ ਮੈਂ ਸਵਾਲ ਕਰਨਾ ਚਾਹੁੰਦਾ ਸੀ ਕਿ ਭਗਤ ਸਿੰਘ ਹੋਣੀ ਦੀ ਵੀ ਜਿਹੜੀ ਸੋਚ ਸੀਗੀ ਉਹ ਇਹੀ ਸੀ ਕਿ ਭੇਦਭਾਵ ਜਾਂ ਡਿਸਕ੍ਰਿਮੀਨੇਸ਼ਨ ਨੂੰ ਖਤਮ ਕੀਤਾ ਜਾਵੇ। ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਤੁਹਾਡੇ 'ਤੇ ਵੀ ਇਲਜ਼ਾਮ ਲੱਗਾ ਕਿ ਅਸੀਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਚਾਹਾਂਗੇ ਅਤੇ ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਡਿਸਕ੍ਰਿਮੀਨੇਸ਼ਨ, ਊਚ ਨੀਚ ਜਾਂ ਕੰਮ ਜਿਹੜੇ ਆ ਉਹ ਕਿਸੇ ਵੀ ਕੰਮ ਦੇ ਵਿੱਚ ਸਾਡੇ ਰੁਕਾਵਟ ਨਹੀਂ ਆਉਣੀ ਚਾਹੀਦੀ ਵਿਰੋਧੀ ਧਿਰ ਵੱਲੋਂ, ਤਾਂ ਉਹ ਇਲਜ਼ਾਮ ਤੁਹਾਡੇ 'ਤੇ ਲਗਾਏ ਗਏ ਸੀ। ਤੁਸੀਂ ਉਹਨਾਂ ਬਾਰੇ ਕੋਈ ਨਹੀਂ ਲੱਗਾ, ਕਿਸੇ ਨੇ ਲਾਇਆ। ਮੇਰੇ ਧਾਲੀਵਾਲ ਸਾਹਿਬ ਨੇ ਇਹ ਗੱਲ ਬੋਲੀ ਸੀ ਕੀ ਬੋਲੀ ਸੀ ਕਿ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ ਸਾਡੀ ਪਾਰਟੀ ਦੇ ਨਾਲ, ਕਿਉਂਕਿ ਤੁਸੀਂ ਬਹੁਮਤ ਦੇ ਵਿੱਚ ਜਿੱਤੇ ਹੋ। ਤੇ ਪਹਿਲਾਂ ਵੀ ਮੈਂ ਤਾਂ ਭੇਦਭਾਵ ਕੀਤਾ ਨਹੀਂ। ਮੈਂ ਉਹਦੀਆਂ ਗੱਲਾਂ ਜਿਹੜੀਆਂ ਤੁਸੀਂ ਵਿਧਾਇਕ ਦੀਆਂ ਕਰਦੇ ਹੋ, 80 ਪਰਚੇ ਮਾਧੋਪੁਰ ਹੋਏ ਹੈ, FIR ਜਿਨ੍ਹਾਂ ਦੇ ਹੋਏ ਉਹਨਾਂ ਬੰਦਿਆਂ ਦਾ ਵੀ ਮੈਨੂੰ ਪਤਾ, ਜਿਹਨਾਂ ਨੇ ਕਰਾਇਆ ਮੈਂ ਉਹਨਾਂ ਨਾਲ ਵੀ ਕਰਾਇਆ। ਉਹ 'ਚ ਮੇਨ ਰੋਲ ਇਸੇ ਵਿਧਾਇਕ ਦਾ ਹੀ ਹੈਗਾ। 16 ਪਰਚੇ ਵੱਧ ਹੀ ਹੋਏ ਹੈ, ਚਾਹੇ ਕੋਈ ਵੀ ਡਿਸਟ੍ਰੀਬਿਊਟ ਸੀ। ਡੋਂਟ ਥਿੰਕ ਜੋ ਕਿ ਕੋਈ BSP ਨਾਲ ਸੰਬੰਧ ਰੱਖਦਾ, ਗੱਲ ਤਾਂ ਜੀ ਚੀਜ਼ ਹੈ ਸੀ, ਸੁਲਕਾ ਸੀ ਹੈਗਾ। ਕਿਸੇ ਤਰੀਕੇ ਨਾਲ ਕਿਸੇ ਪ੍ਰੋਬਲਮ ਨੂੰ ਸੋਲਵ ਕਰਨ ਦੀ ਬਜਾਏ ਆਪਾਂ ਇਹਦਾ ਮਤਲਬ ਨਹੀਂ ਕਿ ਉਹਨਾਂ ਦੇ ਪਰਚੇ ਕਰਾ ਦਈਏ, ਨਜਾਇਜ਼ ਪਰਚੇ ਕਰਾ ਦਈਏ। ਧਾਰੀਵਾਲ ਨੇ ਜੋ ਕੁਛ ਕੀਤਾ ਉਹ ਅੱਜ ਵੀ ਮੇਰੇ ਕੋਲ ਇੱਕ ਐਫੀਡੇਵਿਟ ਵੀ ਆਇਆ, ਸ਼ਾਇਦ ਉਹ ਵੀ ਪਰਚਾ ਹੋਊਗਾ, ਪਤਾ ਲੱਗ ਜਾਏਗਾ ਕੀ ਹੋਇਆ ਕੀ ਨਹੀਂ ਹੋਇਆ ਥੋੜ੍ਹੇ ਦਿਨਾਂ ਦੇ ਵਿੱਚ। ਮੈਂ ਮਹਿਸੂਸ ਕਰਦਾ ਕਿ ਧਾਰੀਵਾਲ ਨਾ ਕਾਂਗਰਸ ਕਲਚਰ ਦਾ ਪਤਾ, ਨਾ ਉਹਨੂੰ ਰਾਜਨੀਤੀ ਦਾ ਪਤਾ। ਜਿਸ ਤਰ੍ਹਾਂ ਉਹਨੇ ਕੀਤਾ, ਪੈਸੇ ਦੇ ਨਾਲ ਟਿਕਟਾਂ ਖਰੀਦਣੀਆਂ ਅਤੇ ਫਿਰ ਇਲੈਕਸ਼ਨ ਲੜਨਾ, ਪੁੱਲ 'ਤੇ ਪੈਸੇ ਬਣਨੇ, ਇਹ ਆਮ ਆਦਮੀ ਪਾਰਟੀ ਦਾ। ਮੈਂ ਤੁਹਾਨੂੰ ਫਾਰ ਐਗਜ਼ਾਮਪਲ ਦੱਸਦੇ ਹਾਂ, ਸ਼ਾਇਦ ਉਹ ਸਮਾਂ ਆ ਜਾਏਗਾ ਕਿ ਮਾਲਵੇ 'ਚ ਉਹ ਵੀ ਕੈਂਡੀਡੇਟ ਹੈਗੇ 2-4 ਜਿਨ੍ਹਾਂ ਦੇ ਆਏ ਨੇ, ਜਿਨ੍ਹਾਂ ਦੀ ਮਿਸਾਲ ਪੈਦਾ ਹੋਈ ਹੈ ਜਾਂ ਪੇਪਰਾਂ ਨੇ ਉਹਨਾਂ ਨੂੰ ਹਾਈਲਾਈਟ ਕੀਤਾ। ਜਿਹੜੇ ਸਾਈਕਲ 'ਤੇ ਇਲੈਕਸ਼ਨ ਲੜੇ ਨੇ, ਸਕੂਟਰ 'ਤੇ ਇਲੈਕਸ਼ਨ ਲੜੇ, ਉਹਨੇ ਪੋਲਿੰਗ ਬੂਥ ਦਾ ਉਹ ਪੋਲਿੰਗ ਬੂਥ ਵੀ ਨਹੀਂ ਲਾਏ, ਤਾਂ ਵੀ ਜਿੱਤ ਗਏ ਨੇ। ਲੋਕਾਂ 'ਚ ਇੱਕ ਬਦਲਾਅ ਦੀ ਭਾਵਨਾ ਹੁੰਦੀ ਹੈ। ਅੱਜ ਤੱਕ ਮੇਰੇ 'ਤੇ ਇੱਦਾਂ ਦਾ ਐਲੀਗੇਸ਼ਨ ਨਾ ਲੱਗਾ, ਮੈਂ ਨਾ ਕੋਈ ਇਸ ਤਰ੍ਹਾਂ ਲੱਗਣ ਦੀ ਮੈਨੂੰ ਆਸ ਹੈ। ਕਿਉਂਕਿ ਮੈਂ ਕਦੇ ਹੁਣ ਜੇ ਮੇਰੀ ਵੋਟਾਂ ਦੀ ਗਿਣਤੀ ਕਰੀਏ, ਮੈਂ ਕਿਹਾ ਸਿੱਖ ਮੈਨੂੰ ਵੋਟ ਪਾਉਂਦੇ ਨੇ, ਮੈਨੂੰ ਹਿੰਦੂ ਕਮਿਊਨਿਟੀ ਵੋਟ ਪਾਉਂਦੇ ਆ, ਮੇਰੇ ਆਪਣੇ ਬੰਦੇ ਵੋਟ ਪਾਉਂਦੇ ਨੇ। ਮੇਰੇ 'ਤੇ ਐਲੀਗੇਸ਼ਨ ਇੱਦਾਂ ਲੱਗਾ, ਹਾਂ ਧਾਲੀਵਾਲ 'ਤੇ ਇਹ ਹੈ ਵੀ ਤੁਹਾਡੇ ਬੰਦੇ ਨੂੰ ਪਾਲਣਾ, ਲੋਕਾਂ ਨੂੰ ਰਿਆਇਤ ਧਨ ਇਕੱਠਾ ਕਰਨਾ, ਕਿ ਈਵਨ ਕਚਹਿਰੀ ਕਾਰਪੋਰੇਸ਼ਨ ਜਿਹੜੇ ਕੰਮ ਉਹਨਾਂ ਦੀ ਛਾਣਬੀਣ ਕਰ ਰਹੇ ਆ, ਉਹ ਪਤਾ ਲੱਗ ਜਾਏਗਾ ਸਾਰਿਆਂ ਨੂੰ। ਮੈਂ ਆਈ ਡਿਨਾਈ ਦਿਸ ਐਲੀਗੇਸ਼ਨ ਜੇ ਮੇਰੇ 'ਤੇ ਲੱਗਾ, ਜੇ ਕਿਸੇ ਨੇ ਮੰਦੀ ਭਾਵਨਾ ਨਾਲ ਲਾਇਆ, ਕੋਈ ਨਹੀਂ। ਰਾਜਨੀਤੀ 'ਚ ਮੈਂ ਕਿਹੜਾ ਘਰ ਬੈਠਾ, ਮੈਂ ਰਾਜਨੀਤੀ ਕਰਦਾ, ਮੈਂ ਦੱਸ ਦਿਆਂਗਾ, ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਸਮੇਂ ਦੇ ਨਾਲ। ਇੱਕ ਇੱਥੇ ਖਬਰ ਜੋ ਭਗਵੰਤ ਸਿੰਘ ਮਾਨ ਉਹਨਾਂ ਨੇ ਜਿਹੜੀ ਬੋਲੀ ਹੈ ਕਿ 25,000 ਨੌਕਰੀਆਂ ਜਿਹੜੀਆਂ ਉਹ 35,000 ਕੀਤੀਆਂ ਹੁਣ ਤਾਂ ਘੱਟ ਹਾਂਜੀ 35,000 ਜਿਹੜੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਪਰ ਲੋਕਾਂ ਦੇ ਮਨ 'ਚ ਜਿਹੜਾ ਸਵਾਲ ਹੋਇਆ ਕਿ ਖਜ਼ਾਨੇ ਦੇ ਵਿੱਚ ਇੰਨੇ ਪੈਸੇ ਹੈਗੇ ਨੇ ਵੀ ਇਸ ਤਰੀਕੇ ਦੀਆਂ ਨੌਕਰੀਆਂ ਜਿਹੜੀਆਂ ਅਨਾਉਂਸ ਕਰ ਰਹੇ ਆਪਾਂ। ਜੇ ਭਗਵੰਤ ਸਿੰਘ ਮਾਨ ਨੌਕਰੀਆਂ ਅਨਾਉਂਸ ਕਰਦਾ ਤਾਂ ਖਜ਼ਾਨੇ ਦੀ ਚੋਰੀ ਵੀ ਬੰਦ ਕਰ ਸਕਦਾ, ਖਜ਼ਾਨੇ ਚੋਰੀ। ਜੇ ਤੁਸੀਂ ਇਕੱਲੀ ਰੇਤ ਮਾਫੀਆ ਨੂੰ ਬੰਦ ਕਰ ਦਿਓ, ਤੇ ਸਰਕਾਰ ਉਹ ਆਪ ਰੇਤ ਵੇਚਣੀ ਸ਼ੁਰੂ ਕਰ ਦੇ, ਤਾਂ ਉਹ ਇਨਕਮ ਦਾ ਬਹੁਤ ਵੱਡਾ ਸਾਧਨ ਹੈ। ਸਾਰਾ ਪੰਜਾਬ ਉਸ ਤੋਂ ਚੱਲ ਸਕਦਾ। ਨਸ਼ਾ ਮਾਫੀਆ ਬੰਦ ਹੋ ਜਾਏ, ਸ਼ਰਾਬ ਮਾਫੀਆ, ਨਸ਼ਾ ਮਾਫੀਆ, ਗੁੰਡਾ ਜਿਹੜਾ ਹੈਗਾ, ਗੁੰਡਾ ਹੈਗਾ, ਗੈਂਗਬਾਜ਼ ਵਗੈਰਾ, ਉਹ ਸਾਰੀਆਂ ਚੀਜ਼ਾਂ ਬੰਦ ਹੋਣਗੀਆਂ, ਕਿਉਂ ਨਹੀਂ ਹੋਣਗੀਆਂ। ਸਰਕਾਰ ਚੱਲੇਗੀ ਆਪਣੇ ਤਰੀਕੇ ਨਾਲ, ਜਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ, ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੇ ਪਬਲਿਕ ਨੇ ਰਿਸਪੌਂਸ ਕੀਤਾ, ਉਹਦੇ ਮੁਤਾਬਕ ਉਹਨਾਂ ਨੇ ਪਾਲਿਸੀ ਬਣਾਈ ਹੋਈ ਹੈ। ਜੇ ਦਿੱਲੀ 'ਚ ਦਿੱਲੀ ਜਿੱਥੇ ਸਰਕਾਰ ਜਿਹੜੀ ਪੂਰੀ ਸਰਕਾਰ ਨਹੀਂ ਹੈ, ਤੁਹਾਨੂੰ ਪਤਾ ਡੈਮੀ ਸਰਕਾਰ ਹੈਗੀ, ਅਤੇ ਉੱਥੇ ਹੋ ਸਕਦਾ ਜਿੱਥੇ ਮੋਦੀ ਖੁਦ ਹੈਗੇ, ਮੋਦੀ ਦੇ ਨੱਕ ਤਲੇ ਸਾਰੇ ਕੰਮ ਸ਼ੁਰੂ ਹੋ ਸਕਦੇ ਨੇ, ਅਤੇ ਪੰਜਾਬ 'ਚ ਕਿਉਂ ਨਹੀਂ ਸਕਦੇ। ਇੰਡੀਪੈਂਡੈਂਟ ਸਟੇਟ ਹੈ, ਫੈਡਰਲ ਢਾਂਚਾ ਪੂਰਾ ਫੈਡਰਲ ਢਾਂਚਾ ਕੰਮ ਕਰ ਰਿਹਾ। ਦਿੱਲੀ ਫੈਡਰਲ ਸਾਡਾ ਪੂਰਾ ਕੰਮ ਨਹੀਂ ਕਰਦਾ। ਲੇਕਿਨ ਇਹ ਜੇ ਹਾਂ ਕੋਈ ਨਜਾਇਜ਼ ਸੈਂਟਰ ਦੇ ਵਿੱਚ, ਜਿਸ ਤਰ੍ਹਾਂ ਪਿਛਲੀ ਵਾਰੀ ਉਹਦੇ 'ਚ ਇੰਟਰਫੀਅਰ ਕਰਦਾ, ਉਹ ਨਾ ਕਰੇ, ਮਤਲਬ ਵਾਲਾ ਸਬੂਤ ਨਾ ਕਰੇ। ਭਗਵੰਤ ਸਿੰਘ ਮਾਨ ਔਰ ਕੇਜਰੀਵਾਲ ਸਾਹਿਬ ਸਰਕਾਰ ਚੱਲਣਗੇ, ਔਰ ਜੋ ਉਹਨਾਂ ਨੇ ਵਾਅਦੇ ਕੀਤੇ ਪੂਰੇ ਕਰਨਗੇ। ਕੋਈ ਐਸੀ ਗੱਲ ਹੀ ਨਹੀਂ। ਐਕਚੁਅਲੀ ਸਾਡਾ ਮਾਈਂਡ ਬਣਿਆ ਹੋਇਆ ਇਹਨਾਂ ਗੱਲਾਂ ਜਿਹੜੀ ਤੁਸੀਂ ਮੈਨੂੰ ਗੱਲ ਕਰਦੇ ਹੋ,
ਕਿ ਹਰ ਸਰਕਾਰ ਜਿਹੜੀ ਆਉਂਦੀ ਹੈ ਸ਼ਾਇਦ ਉਹਨੂੰ ਸ਼ੱਕ ਹੋ ਜਾਂਦੀ ਵੀ ਕੰਮ ਕਰ ਸਕੇ ਜਾਂ ਨਾ ਕਰ ਸਕੇ। ਦੇ ਹੈਵ ਅ ਕਪੈਸਿਟੀ ਕੁਆਲਿਟੀ ਟੂ ਕੰਟਰੋਲ ਦੀ ਪੀਪਲ ਆਫ ਦੀ ਪੰਜਾਬ, ਉਹਨਾਂ ਨੂੰ ਵਿਵਸਥਾ ਕਰਨੀ, ਉਹਨਾਂ ਦੀ ਹਰ ਚੀਜ਼ ਦੀ ਜੋ ਹੈਗੀ ਹੈ। ਸਕੂਲਸ ਐਜੂਕੇਸ਼ਨ ਸਿਸਟਮ ਹੈ, ਹੈਲਥ ਸਿਸਟਮ ਹੈ, ਉਹਨੂੰ ਠੀਕ ਤਰ੍ਹਾਂ ਚਲਾਉਣਾ, ਉਹਨਾਂ ਨੇ ਚੱਲ ਕੇ ਚਲਾ ਕੇ ਦਿਖਾਇਆ ਦਿੱਲੀ, ਉਹ ਸਿਸਟਮ ਪੰਜਾਬ 'ਚ ਹੋ ਜਾਏਗਾ, ਕੋਈ ਐਸੀ ਗੱਲ ਨਹੀਂ। ਮਤਲਬ ਪੰਜਾਬ ਦੇ ਪੈਸੇ ਤਾਂ ਬਹੁਤ ਨੇ, ਜਿੱਥੇ ਕੋਈ ਪੈਸੇ ਆਉਣ ਦਾ ਸੋਰਸ ਨਹੀਂ ਦਿੱਲੀ ਦੇ ਵਿੱਚ, ਉਹਨਾਂ ਨੂੰ ਉੱਥੇ ਚਲਾ ਰਹੇ ਨੇ। ਔਰ ਕਈ ਵਾਰ ਇਹ ਕਹਿੰਦਾ ਵੀ ਜੇ ਪਿਛਲੀ ਵਾਰ ਜਦੋਂ ਇਲੈਕਸ਼ਨ ਲੜਿਆ ਕਿ ਜੇ ਮੇਰਾ ਕੰਮ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਮੈਨੂੰ ਵੋਟਾਂ ਨਾ ਪਾਓ, ਉਹਦੇ ਲੋਕ ਜੇ ਬਾਵਜੂਦ ਚੁਣਦੇ ਆ ਤਾਂ ਇਟਸ ਗੁੱਡ, ਉਹ ਤਾਂ ਚੰਗੀ ਗੱਲ ਹੈ। ਮੈਂ ਨਹੀਂ ਸਮਝਦਾ ਕੋਈ ਨੁਕਸਾਨ ਹੋ ਗਿਆ। ਅਤੇ ਭਗਵੰਤ ਮਾਨ ਨੂੰ ਮੁਝੇ 16 ਤੇ ਅੱਜ 23 ਹੈਗੀ ਆ, ਅਤੇ 6-7 ਦਿਨ ਹੋਏ ਆ, ਮੇਰੀ ਐਸੀ ਕੋਈ ਗੱਲ ਨਹੀਂ। 7 ਦਿਨ ਦੀ ਜੋ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ, ਲੋਕਾਂ ਸਭ ਕੁਛ ਹੋ ਰਿਹਾ ਜਿੱਦਾਂ ਜੋ ਆਏ ਨੇ। ਠੀਕ ਹੈ, ਉਸ ਦਿਨ ਵੱਡਾ ਫੰਕਸ਼ਨ ਹੋ ਗਿਆ ਸੀ, ਉਹਨਾਂ ਨੇ ਉਸ ਦਿਨ ਵੀ ਕੀਤਾ, ਪ੍ਰਗਟ ਕੀਤਾ ਸੀ ਸਰ ਭਗਤ ਸਿੰਘ ਹੋਣਾ ਨੂੰ, ਅੱਜ ਵੀ ਉਹਨਾਂ ਨੇ ਕੀਤਾ, ਉਹਨਾਂ ਦੇ ਪਰਿਵਾਰ ਨੂੰ ਮਿਲੇ ਨੇ, ਉਹਨਾਂ ਦਾ ਸਤਿਕਾਰ ਕੀਤਾ, ਉਹਨਾਂ ਦੇ ਘਰ ਜਾ ਕੇ ਆਏ ਨੇ, ਅੱਛੀ ਰਵਾਇਤ ਹੈਗੀ ਹੈ। ਮੈਂ ਦੂਜੇ ਪਾਸੇ ਜਿਹੜੀ ਗੱਲ ਜ਼ਿਆਦਾ ਮੈਂ ਸਟ੍ਰੈਸ ਕਰਦਾ ਹਾਂ ਬਾਬਾ ਸਾਹਿਬ ਦੀ ਗੱਲ। ਬਾਬਾ ਸਾਹਿਬ ਨੂੰ ਵਰਤਿਆ ਹੈ ਵੋਟਾਂ ਲਈ ਕਿ ਚਾਹੇ ਕੋਈ ਪ੍ਰੋਗਰਾਮ ਬਣਾ ਲੈਣ, ਦਾਲ ਆਟਾ ਸਕੀਮ ਜਿਹੜੀਆਂ, ਇਹ ਕੁਛ ਸਕੀਮਾਂ ਨਹੀਂ ਆ, ਲੋਕਾਂ ਨੂੰ ਕੰਮ ਕਰਨ ਦੇ ਯੋਗ ਬਣਾਓ। ਜੋ ਤੁਸੀਂ ਨੌਕਰਾਂ ਨੂੰ ਪੈਸੇ ਦੇ ਤਨਖਾਹ ਮਿਲੇਗੀ, ਉਹਨਾਂ ਨੂੰ ਨੌਕਰੀ ਮਿਲ ਜਾਏਗੀ, ਨੈਚੁਰਲੀ ਜਿਹੜੇ ਦੱਬੇ ਲੋਕ ਪਿਛਲੇ ਲੋਕ ਨੇ ਉੱਪਰ ਉੱਠਣਗੇ। ਮੈਂ ਇਹ ਸਮਝਦਾ ਬਾਬਾ ਸਾਹਿਬ ਦੀਆਂ ਪਾਲਿਸੀਆਂ ਉੱਤੇ ਪਹਿਰਾ ਦੇਣਾ ਸਰਕਾਰ ਲਈ ਬਹੁਤ ਵੱਡੀ ਗੱਲ ਹੈ, ਇੱਕ ਵੱਡੀ ਚੁਣੌਤੀ ਵੀ ਮੈਂ ਸਮਝਦਾ ਸਮਾਜ ਦੇ ਵਿੱਚ। ਉਹਨਾਂ ਲੋਕਾਂ ਨੂੰ ਦੂਜਿਆਂ ਦੇ ਇਕਨੋਮਿਕਲੀ ਬਰਾਬਰ ਕਰਨਾ ਸਰਕਾਰ ਦੀ ਫਸਟ ਪ੍ਰਾਇਰਟੀ ਹੋਏਗੀ। ਇੱਕ ਸਵਾਲ ਹੋਰ ਜਿਹੜਾ ਆ ਰਿਹਾ ਸਾਹਮਣੇ ਹੋਇਆ ਕਿ ਜਿਹੜੇ ਸੰਸਦ ਚੁਣੇ ਗਏ ਨੇ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬੀ ਹੈ ਉਹ ਬਿਲਕੁਲ ਨਾਮ ਨਹੀਂ, ਇਹ ਪਹਿਲੀ ਪਰੰਪਰਾ ਵੀ ਹੈਗੀ ਆ। ਹਾਂ, ਇਹ ਪਹਿਲੇ ਇਸ ਤਰ੍ਹਾਂ ਦੀ ਪਰੰਪਰਾ ਹੈਗੀ ਆ। ਮੈਂ ਕੁਛ ਨਾਂ ਜਾਣਦਾ ਜਿਹਨਾਂ ਦੇ ਮੈਂ ਨਾਂ ਲੈ ਵੀ ਸਕਦਾ। ਬਿਕਾਜ਼ ਉਹਨੇ ਯੂ ਥਿੰਕ ਅਬਾਊਟ ਗੁਲਾਮ ਨਬੀ ਆਜ਼ਾਦ, ਭਾਜਪਾ ਦੇ ਵਿੱਚ ਬਹੁਤ ਹੈਗੇ ਜਿਹੜੇ ਦੂਜੀਆਂ ਸਟੇਟ ਤੋਂ ਚੁਣ ਕੇ ਆਉਂਦੇ ਨੇ। ਐਸਾ ਕੋਈ ਨਹੀਂ। ਸਰਕਾਰ ਦੀ ਕਾਰਜਕਾਰੀ ਦੇਖੋ, ਰਾਜ ਸਭਾ ਦੇ ਮੈਂਬਰਾਂ ਦਾ ਕੋਈ ਚੰਗੇ ਸਿਆਣੇ ਮੈਂਬਰ ਹੋਣ ਜੋ ਉੱਥੇ ਬੋਲ ਸਕਣ, ਸਟੇਟ ਦਾ ਪੱਖ ਪੇਸ਼ ਕਰ ਸਕਣ। ਜਿਹੜੇ ਪੰਜਾਬ ਲਈ ਚੁਣੇ ਗਏ ਪੰਜਾਬ ਦੀ ਗੱਲ ਕਰਨਗੇ, ਐਸੀ ਗੱਲ ਕੋਈ ਨਹੀਂ। ਅਤੇ ਪੰਜਾਬ 'ਚ ਇਲੈਕਸ਼ਨ 5 ਸਾਲ ਬਾਅਦ ਆਉਂਦੇ ਆ, ਇਹ 'ਚ ਕੋਈ ਨਹੀਂ ਇਲੈਕਸ਼ਨ ਰੋਕ ਸਕੇ। ਲੋਕ ਜਿਹੜਾ ਫਤਵਾ ਦੇਣਾ ਉਹ ਦੇ ਦਿੰਦੇ। ਹੁਣ ਤੁਹਾਡੇ ਸਾਹਮਣੇ ਇੰਨੀ ਆਮ ਆਦਮੀ ਪਾਰਟੀ ਨੂੰ ਵੀ ਆਸ ਨਹੀਂ ਸੀ ਵੀ ਇੰਨੇ ਵਿਧਾਇਕ ਆ ਜਾਣਗੇ, ਲੇਕਿਨ ਜੋ ਕੁਛ ਵੀ ਹੈ ਲੋਕਾਂ ਨੇ ਆਪਣੀ ਚੁਆਇਸ ਦੇ ਮੁਤਾਬਕ ਕੀਤਾ। ਨੋ ਪੋਲਿੰਗ ਬੂਥ, ਨਥਿੰਗ, ਕੋਈ ਪੈਸਾ ਨਹੀਂ, ਕੋਈ ਨਸ਼ਾ ਨਹੀਂ, ਜੋ ਕੁਛ ਮਾਲਵੇ ਸਾਡੇ ਸਾਹਮਣੇ ਹੋਇਆ। ਉਹ ਇੱਕ ਬੰਦਾ 5000 ਰੁਪਈਆ ਤਨਖਾਹ ਲੈਂਦਾ, ਜਦ ਉਹ ਕਹਿੰਦਾ ਵੀ ਅਸੀਂ ਚਾਹ ਨਹੀਂ ਪਿਲਾ ਸਕਦੇ ਲੋਕਾਂ ਨੂੰ, ਅਤੇ ਜੇ ਉਹ ਜਿੱਤ ਕੇ ਆਉਂਦੇ ਮਤਲਬ ਸਮਥਿੰਗ ਦੇ ਕੋਈ ਚੇਂਜ ਲੋਕਾਂ ਦੇ ਮਨ 'ਚ ਹੈ, ਜੋ ਅਵਾਰਡ ਉਹਨਾਂ ਨੇ ਕੱਢ ਕੇ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ। ਜੀ, ਇੱਕ ਚੈਕਿੰਗ ਦੇ ਨਾਮ 'ਤੇ ਨਾ ਇੱਕ ਹੋਰ ਚੀਜ਼ ਜਿਹੜੀ ਸਾਹਮਣੇ ਆ ਰਹੀ ਹੋਈ ਹੈ ਕਿ ਛਾਪੇ ਬਹੁਤ ਜਗ੍ਹਾ ਵੱਧ ਰਹੇ ਨੇ, ਜਿਹਦੇ ਕਰਕੇ ਜਿਹੜੇ ਮੁਲਾਜ਼ਮ ਨੇ ਉਹ ਕਿਤੇ ਕਿਤੇ ਤਾਂ ਇਹੋ ਜਿਹੀ ਖੁਸ਼ਖਬਰੀ ਵੀ ਆ ਰਹੀ ਹੈ ਕਿ ਸਾਰੇ ਕੰਮ ਸਮੇਂ ਸਿਰ ਹੋਣ ਲੱਗ ਗਏ ਅਤੇ ਰਿਸ਼ਵਤਾਂ ਬੰਦ ਹੋ ਰਹੀਆਂ ਨੇ। ਛਾਪੇਮਾਰੀ ਕਰਨਾ ਕਿੱਥੇ ਤੱਕ ਤੁਸੀਂ ਜਾਇਜ਼ ਸਮਝ ਰਹੇ ਹੋ? ਛਾਪੇਮਾਰੀ ਕਰਨਾ, ਕੰਮ ਨੂੰ ਚੈੱਕ ਕਰਨਾ, ਪਰ ਤੁਹਾਡਾ ਉਹ 'ਚ ਇੰਟਰਸਟ ਕਿੰਨਾ ਹੋਣਾ ਚਾਹੀਦਾ। ਛਾਪੇ ਮਤਲਬ ਨਹੀਂ ਕਿਸੇ ਨੂੰ ਡਿਮੋਰਲਾਈਜ਼ ਕਰਨਾ ਜਾਂ ਕਿਸੇ ਅਫਸਰ ਦੀ ਬੇਇੱਜ਼ਤੀ ਕਰਨੀ ਨਾ, ਉਹਨਾਂ ਦੀ ਇੱਜ਼ਤ ਮਾਣ ਸਤਿਕਾਰ ਨਾਲ ਕਰਨਾ। ਜੋ ਕੁਛ ਕਰਨਾ, ਇਹ ਐਸਟੀਮੇਟ ਟੇਬਲ 'ਤੇ ਬੈਠਾ ਕਿੰਨੇ ਬੰਦੇ ਇੱਥੇ ਕੰਮ ਕਰਦੇ ਹੋਣਗੇ, ਹਾਜ਼ਰ ਹੈਗੇ, ਉਹਦੇ 'ਚ ਉਹਨਾਂ ਨੂੰ ਵਾਰਨ ਕਰਨਾ ਜਾਂ ਉਹ ਐਬਸੈਂਟ ਨਾ ਕਰਨ। ਉਹ ਕੰਮ ਪਬਲਿਕ ਦਾ ਕਰਦੇ ਨੇ, ਅਤੇ ਸਾਡਾ ਇੰਟਰਸਟ ਵੀ ਇਹੀ ਹੈ ਕਿ ਪਬਲਿਕ ਦੇ ਕੰਮ ਜਿਹੜੇ ਉਹ ਸਾਫ਼ ਸੁਥਰੇ ਤਰੀਕੇ ਨਾਲ ਹੋਣ, ਪਾਰਦਰਸ਼ੀ ਤਰੀਕੇ ਨਾਲ ਹੋਣ। ਕਚਹਿਰੀਆਂ ਦੇ ਵਿੱਚ ਮੈਂ ਅੱਜ ਦੋਨਾਂ ਤਹਿਸੀਲਦਾਰਾਂ ਨੂੰ ਬੁਲਾ ਕੇ ਕਿਹਾ ਵੀ ਤੁਸੀਂ ਜਿਹੜੇ ਰਜਿਸਟਰੀ ਦਾ ਕੰਮ ਹੈ ਉਹ ਜਿਹੜਾ ਵਿੱਚ ਵਿਚੋਲਗਿਰੀ ਉਹਨੂੰ ਖਤਮ ਕਰੋ। ਜੇ ਮੈਂ ਉਹਨੂੰ ਕਹਿ ਦਿੱਤਾ, ਮਾੜੀ ਗੱਲ ਨਹੀਂ, ਉਹਨੂੰ ਐਗਰੀ ਕੀਤਾ, ਬੈਠ ਕੇ ਮੇਰੇ ਕੋਲ ਚਾਹ ਵੀ ਪੀਤੀ ਹੈ। ਮੈਂ ਜਿੱਥੇ ਚੈਕਿੰਗ ਦਾ ਕਰਨਾ, ਮੈਂ ਆਪਣੇ ਡਿਪਾਰਟਮੈਂਟ ਚੈਕਿੰਗ ਕੀਤੀ ਹੈ। ਮੈਂ ਈਵਨ ਤਕਰੀਬਨ ਆਪਣੇ ਡਿਪਾਰਟਮੈਂਟ ਐਗਰੋ 'ਚ ਮੈਂ ਦੁਪਹਿਰ ਨੂੰ ਕਿੰਨੇ ਬੰਦੇ ਜਾਂਦੇ, ਮੈਂ ਦੁਪਹਿਰੇ ਤਾਂ 2:30 ਵਜੇ ਵੀ ਉਹਦੀ ਆਈ ਚੈੱਕ ਕੀਤੀ ਹੈ। ਵੀ ਇਹਦੇ ਨਾਲ ਉਹਨਾਂ ਨੂੰ ਡਿਮੋਰਲਾਈਜ਼ ਨਹੀਂ ਕਰਨਾ, ਉਹਨਾਂ ਨੂੰ ਬੂਸਟ ਕਰਨਾ, ਉਹਦੀ ਗਲਤੀ ਦਾ ਉਹਨਾਂ ਨੂੰ ਅਹਿਸਾਸ ਕਰਾ ਦੇਣਾ। ਜੇ ਮੈਂ PWD ਸੀ, ਮੈਂ ਤਦ ਵੀ ਚੈਕਿੰਗ ਕੀਤੀ ਹੈ। ਮੈਂ ਇਹਦੇ ਲੇਬਰ ਇੰਪਲਾਇਮੈਂਟ ਤਦ ਵੀ ਚੈਕਿੰਗ ਕੀਤੀ ਹੈ। ਸੋਸ਼ਲ ਵੈਲਫੇਅਰ ਸੋਸ਼ਲ ਸਿਕਿਉਰਿਟੀ ਸੀ, ਮੈਂ ਤਦ ਵੀ ਚੈਕਿੰਗ ਕੀਤੀ ਹੈ। ਮਤਲਬ ਅੱਜ ਤੱਕ ਮੈਨੂੰ ਕਿਸੇ ਇਸ ਤਰ੍ਹਾਂ ਦਾ ਬੈਡ ਨੇਮ ਨਹੀਂ ਆਇਆ ਕਿ ਮੈਂ ਕਿਸੇ ਦੀ ਜਬਰੀ ਬੇਇੱਜ਼ਤੀ ਕੀਤੀ ਹੋਵੇ ਬਗੈਰ ਕਿਸੇ ਕਸੂਰ ਤੋਂ। ਇਹਦੇ ਨਾਲ ਅੱਛੀ ਗੱਲ ਹੈ। ਜੇ ਉਹਨਾਂ ਦਾ ਪੁਆਇੰਟ ਹੈਗਾ, ਜੇ ਇੱਕ ਟੀਚਰ ਜਿਹੜਾ 50,000 ਰੁਪਏ ਤਨਖਾਹ ਲੈਂਦਾ, ਉਹ ਡਾਕਟਰ ਲੱਖ ਰੁਪਏ ਦੇ ਕਰੀਬ, 1.5 ਲੱਖ 1.25 ਲੱਖ ਰੁਪਏ ਤਨਖਾਹ ਲੈਂਦਾ, ਉਹਨਾਂ ਨੂੰ ਕੰਮ ਕਰਨਾ ਲੋਕਾਂ ਲਈ ਹੈ। ਉਹ ਦੇ ਆਰ ਫਾਰ ਦੀ ਪੀਪਲ, ਲੋਕਾਂ ਲਈ ਕੰਮ ਕਰਨ ਨੂੰ। ਸਰਕਾਰ ਲੋਕਾਂ ਦੀ ਹੈ, ਲੋਕਾਂ ਲਈ ਸਰਕਾਰ ਨੇ ਕੰਮ ਕਰਨਾ। ਜੇ ਉਸ ਕੰਮ ਨੂੰ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਹੈਗੀਆਂ, MLA ਹੈਗੇ ਆ ਜਾਂ ਇੰਚਾਰਜ ਹੈਗੇ ਨੇ, ਉਹ ਚੈੱਕ ਕਰ ਲੈਣਗੇ ਤਾਂ ਕੋਈ ਮਾੜੀ ਗੱਲ ਨਹੀਂ, ਇਹਦੇ 'ਚ ਕੋਈ ਮਾੜੀ ਬਿਹੇਵ ਨਹੀਂ। ਜਾਂ ਮੈਂ ਆਪਣੇ ਬੰਦੇ ਨੂੰ ਕਹੂੰਗਾ ਕਿ ਪ੍ਰੋਪਰਲੀ ਤਰੀਕੇ ਨਾਲ ਹੈਂਡਲ ਕਰੋ, ਔਰ ਅਫਸਰ ਨੂੰ ਵੀ ਕਹੂੰਗਾ ਉਹਨੂੰ ਡਰਨ ਦੀ ਲੋੜ ਨਹੀਂ। ਤੁਸੀਂ ਟਾਈਮ ਸਮਝੋ, ਤੁਹਾਨੂੰ ਕੋਈ ਖਤਰਾ ਨਹੀਂ, ਕਿਸੇ ਨੂੰ ਕੋਈ ਖਤਰਾ ਨਹੀਂ, ਅਸੀਂ ਕਿਸੇ ਨੂੰ ਕੋਈ ਪੈਨਸ਼ਨਮੈਂਟ ਨਹੀਂ ਦੇ ਰਹੇ।
ਐਬਸੈਂਟ ਜਿਹੜੀ ਉਹ ਲੱਗ ਸਕਦੀ ਹੈ ਜੇ ਟਾਈਮ ਸਿਰ ਨਹੀਂ ਆਉਂਦਾ। ਮੈਂ 9 ਜਾਂ ਪੌਣੇ 9 ਜਾਣਾ 9 ਵਜੇ ਤੋਂ ਲੈ ਕੇ 9:15 ਤੱਕ 20 ਤੱਕ ਵੀ ਮੈਂ ਛੋੜ ਦੇ ਦੇਣਾ, ਮੈਂ ਉੱਥੇ ਹੋਵਾਂ, ਹਾਜ਼ਰੀ ਸਾਹਮਣੇ ਲਾਉਂਗਾ। ਜਿਹੜੇ ਨਹੀਂ ਹੁੰਦੀ ਐਬਸੈਂਟ ਉਸ ਵੇਲੇ ਲਾ ਦੇਣੀ ਆ, DC ਨੂੰ ਰਿਪੋਰਟ ਭੇਜ ਦੇਣੀ, ਉਹ 'ਚ ਕੋਈ ਮਾੜੀ ਗੱਲ ਨਹੀਂ। ਜੇ ਗੱਲ ਕਰੀਏ ਫਗਵਾੜੇ ਦੀ, ਤਾਂ ਫਗਵਾੜੇ ਦੇ ਵਿੱਚ ਟ੍ਰੈਫਿਕ ਦੀਆਂ ਸਮੱਸਿਆਵਾਂ ਜਾਂ ਇੱਥੋਂ ਦੀਆਂ ਸਮੱਸਿਆਵਾਂ ਦੀ ਗੱਲ ਕਰੀਏ, ਜਿੱਥੇ ਤੇ ਆਪਾਂ ਕਾਰਗੁਜ਼ਾਰੀ ਸੰਭਾਲ ਰਹੇ ਹਾਂ, ਤਾਂ ਇੱਥੇ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਲੈ ਕੇ, ਕਿਉਂਕਿ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਸਿਵਲ ਐਂਡ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰ ਬੈਠ ਕੇ ਕੁਛ ਲੋਕ ਬੁਲਾ ਕੇ ਵੀ ਅਸੀਂ ਜਿਹੜੇ ਆ ਇੱਕ ਐਸੀ ਮੀਟਿੰਗ ਕਰੂੰਗਾ ਮੈਂ, ਜਿਹਨਾਂ ਟ੍ਰੈਫਿਕ ਸਮੱਸਿਆ ਜਿਹੜੀ ਹੈਗੀ ਆ ਉਹ ਮੋਸਟ ਵਾਲੀ ਜਿਹੜੀ ਦੁਕਾਨਦਾਰ ਸਮਾਨ ਬਾਹਰ ਰੱਖਦੇ ਆ, ਜਿਹੜੀ ਲਾਈਨ ਲਾਈ ਹੋਈ ਕਮੇਟੀ ਨੇ, ਲਾਈਨਾਂ ਨੂੰ ਫੇਰ ਦੁਬਾਰਾ ਲਾਤੀਆਂ, ਉਹਨਾਂ ਨੂੰ ਬਿਠਾ ਕੇ ਇੱਕ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਸਮਝਾ ਸਕੀਏ ਚੰਗੇ ਤਰੀਕੇ ਨਾਲ। ਆਪਣੀਆਂ ਗੱਡੀਆਂ ਲਈ ਪਾਰਕਿੰਗ ਬਣੀ ਹੈ, 10 ਕਰੋੜ ਦੀ ਪਾਰਕਿੰਗ ਬਣੀ ਹੈ ਉੱਥੇ ਬਸ ਵਾਲੇ ਬਾਜ਼ਾਰ ਦੇ ਨਾਲ ਸੱਜੇ ਪਾਸੇ, ਗੱਡੀ ਨੂੰ ਉੱਥੇ ਲਾਉਣ, ਜਿਹੜੇ ਆਉਣ ਵਾਲੇ ਲੋਕ ਤਾਂ ਪੈਦਲ ਚੱਲਣ ਵਾਲੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ। ਜੇ ਆਪਾਂ 7-7, 8-8 ਫੁੱਟ 10-10 ਫੁੱਟ ਦੁਕਾਨਾਂ ਦੇ ਅੱਗੇ ਵਧਾਉਣਾ, ਉਹ ਨੁਕਸਾਨਦੇਹ। ਮੈਂ ਅੱਜ ਵੀ ਬੇਨਤੀ ਕਰੂੰਗਾ ਤੁਹਾਡੇ ਦੁਆਰਾ ਕਿ ਕਿਰਪਾ ਕਰਕੇ ਥੋੜ੍ਹਾ ਜਿਹਾ ਬਾਜ਼ਾਰ ਨੂੰ, ਲੋਕਾਂ ਨੂੰ ਆਉਣ ਜਾਣ ਨੂੰ ਜਿਹੜਾ ਉਹ ਰਸਤਾ ਛੱਡ ਦਈਏ, ਕਾਰਾਂ ਨੂੰ ਆਪਾਂ ਪ੍ਰੋਪਰ ਜਗ੍ਹਾ 'ਤੇ ਲਾਈਏ। ਜੇ ਇਸ ਪਾਸੇ ਅਸੀਂ ਧਿਆਨ ਦੇਵਾਂਗੇ, ਮੇਰੀ ਇਰਾਦਾ ਵੀ ਕਾਰਾਂ ਪੁਲਿਸ ਨੂੰ ਕਹਿ ਕੇ ਉਹਨਾਂ ਦੀਆਂ ਕੁਛ ਐਸੀਆਂ ਗੱਡੀਆਂ ਜਾਂ ਉਹ ਗੱਡੀਆਂ ਨੂੰ ਚੱਕ ਸਕਣ ਜਾਂ ਉਹਨਾਂ ਕੋਲ ਫਾਈਨ ਕਰਨ, ਇਸ ਤਰ੍ਹਾਂ ਸਿਸਟਮ ਕੋ ਬਣਾਵਾਂਗੇ ਜਿਹਦੇ ਨਾਲ ਸ਼ਹਿਰ ਸਾਫ਼ ਸੁਥਰਾ, ਕੂੜੇ ਦੀ ਸਮੱਸਿਆ ਹੈਗੀ ਹੈ, ਸੀਵਰੇਜ ਦੀ ਸਮੱਸਿਆ ਹੈਗੀ ਹੈ, ਵਾਟਰ ਸਪਲਾਈ ਦੀ ਸਮੱਸਿਆ ਹੈਗੀ ਹੈ, ਰੋਡ ਦੀ ਸਮੱਸਿਆ ਹੈਗੀ ਹੈ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪ੍ਰਾਪਰਟੀ ਕੰਮ ਕਰਾਂਗੇ। ਜਿੱਦਾਂ ਸਰਕਾਰ ਪੈਸਾ ਦੇਵੇਗੀ ਉਹਨਾਂ ਤੱਕ ਉਹ ਸਾਰੇ ਕੰਮ ਅਸੀਂ ਕਰਾਂਗੇ। ਧੰਨਵਾਦ ਸਮਾਗਮ 'ਚ ਤੁਸੀਂ ਕਿਹਾ ਵੀ ਸੀ, ਚਾਹੇ ਮੈਂ ਜਿੱਤਾਂ ਚਾਹੇ ਮੈਂ ਹਾਰਾਂ, ਪਰ ਕੰਮ ਸਾਰੇ ਜਿਹੜੇ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਕੰਮਾਂ ਦੇ ਵਿੱਚ ਮੈਂ 35 ਸਾਲ 40 ਸਾਲ ਮੈਨੂੰ ਹੋ ਗਿਆ, ਮੈਂ ਕਦੀ ਐਸਾ ਨਹੀਂ ਕਿਸੇ ਨੂੰ ਕੋਈ ਪਰੇਸ਼ਾਨ ਕੀਤਾ ਹੋਵੇ। ਹੁਣ ਵੀ ਤੁਹਾਡੇ ਬੈਠੇ ਲੋਕ ਆਏ, ਉਹਨਾਂ ਨੇ ਗੱਲ ਕਰਕੇ ਟੈਲੀਫੋਨ 'ਤੇ ਉਹਨਾਂ ਨੂੰ ਤੋੜ ਦਿੱਤਾ। ਮੇਰਾ ਐਟੀਟਿਊਡ ਜਿਹੜੇ ਵਿਧਾਇਕ ਹੈਗੇ ਉਹਨਾਂ ਵਾਲਾ ਨਹੀਂ ਹੈ। ਮੈਂ ਤਾਂ ਇੱਕ ਗਰੀਬ ਆਦਮੀ, ਹੁਣੇ ਤੁਹਾਡੇ ਸਾਹਮਣੇ ਦੋ ਬੱਚੇ ਇੰਨੇ ਗਏ ਨੇ, 5 ਲੇਡੀਜ਼ ਇੱਕ ਉਹਨਾਂ ਦਾ ਟੈਲੀਫੋਨ ਕਰਕੇ ਬਕਾਇਦਾ ਜਿਹੜੇ ਇਸ ਤਰ੍ਹਾਂ ਦਾ ਅਨਸਰ ਹੈਗਾ ਅਸੀਂ ਉਹਨਾਂ ਨੂੰ ਰੋਕਾਂਗੇ, ਪੁਲਿਸ ਵੀ ਰੋਕੇਗੀ, ਅਸੀਂ ਆਪ ਵੀ ਨਾਲ ਰਿਕੁਐਸਟ ਕਰਾਂਗੇ। ਨਹੀਂ ਪੁਲਿਸ ਤਾਂ ਫਿਰ ਹੈਗੀ ਉਸ ਕੰਮ ਲਈ, ਕਰਾਂਗੇ ਸਾਰੇ ਕੰਮ।